जय वाल्मीकि जय वाल्मीकि जय वाल्मीकि जय वाल्मीकि। जो बड़े सोन पर भगवान वाल्मीकि महाराज की जय। महाराज के चरण कमल धर्मास शेष गुरु तुम जगत के तीन लोग के नाथ वाल्मीकि जय
वाल्मीकि महाराज की जय। जो बोले सो निरपै, भगवान वाल्मीकि महाराज की जय। गुरु रूप साध संगत जी, एक बारी फिर असी भगवान वाल्मीकि जी मंदिर बैडफोर्ड तो आप जी दे नाल भगवान वाल्मीकि जी की पवित्र बाणी श्री योग विशेष महारामायण ਦੇ ਵਿਚਾਰ ਲਾ ਕੇ ਆਪ ਦੇ ਨਾਲ ਜੁੜੇ ਹਾਂ। ਅਸੀਂ ਕਾਂਸ਼ੀ ਟੀਵੀ ਦਾ ਧੰਨਵਾਦ ਕਰਦੇ ਹਾਂ ਕਿ ਕਾਂਸ਼ੀ ਟੀਵੀ ਦੇ ਮਾਧਿਅਮ ਰਾਹੀਂ ਇਹ ਭਗਵਾਨ ਵਾਲਮੀਕੀ ਜੀ ਦੀ ਬਾਣੀ ਹੈ ਆਪ ਤੱਕ ਪਹੁੰਚਾ ਰਹੇ ਹਾਂ। ਆਓ ਸਭ ਤੋਂ ਪਹਿਲਾਂ ਆਪਾਂ ਉਸ ਪ੍ਰਭੂ ਪਰਮੇਸ਼ਰ ਨੂੰ ਨਮਸਕਾਰ ਕਰੀਏ। ਸੱਚਿਤ ਆਨੰਦ ਰੂਪ ਆਤਮਾ ਨੂੰ ਜਿਸ ਵਿੱਚ ਇਹ ਸਰਵ ਜੀਵ ਪਾਸਦੇ ਹਨ ਤੇ ਲੀਨ ਹੁੰਦੇ ਹਨ ਤੇ ਸਥਿਤ ਹੁੰਦੇ ਹਨ ਤੇ ਜਿਸ ਤੋਂ ਗਿਆਤਾ ਗਿਆਨ ਤੇ ਗੇਮ ਦ੍ਰਿਸ਼ਟਾ ਦਰਸ਼ਨ ਤੇ ਦ੍ਰਿਸ਼ ਕਰਤਾ ਕਾਰਨ ਤੇ ਕਿਰਿਆ ਸਿੱਧ ਹੁੰਦੇ ਹਨ ਤੇ ਜਿਸ ਆਨੰਦ ਦੇ ਕਾਰਨ ਕਰਕੇ ਸੰਪੂਰਨ ਵਿਸ਼ਵ ਆਨੰਦਵਾਨ ਹੈ ਤੇ ਜਿਸ ਆਨੰਦ ਕਰਕੇ ਸਭ ਜੀਵ ਜਿਉਂਦੇ ਹਨ ਉਸ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ। ਗੁਰੂ ਰੂਪ ਸਾਧ ਸੰਗਤ ਜੀ, ਜੋ ਪਿਛਲੇ ਪ੍ਰਸੰਗ ਦੀ ਸਮਾਪਤੀ ਵਿੱਚ ਭਗਵਾਨ ਵਾਲਮੀਕ ਜੀ ਨੇ ਸਾਨੂੰ ਉਪਦੇਸ਼ ਦਿੱਤਾ ਸੀ, ਉਸ ਵਿੱਚ ਉਹਨਾਂ ਨੇ ਸਾਨੂੰ ਸਮਝਾਇਆ ਸੀ ਕਿ ਮਨ ਨੂੰ ਮਾਰਨ ਦਾ ਮੰਤਰ ਇਹੀ ਹੈ ਕਿ ਦ੍ਰਿਸ਼ ਵੱਲੋਂ ਚਿੱਤ ਨੂੰ ਨਿਵਰਤ ਕਰੇ ਤੇ ਆਤਮ ਚੇਤਨ ਸੰਵਿਤ ਵਿੱਚ ਜੋੜੇ। ਆਤਮ ਚਿੰਤਨ ਕਰਕੇ ਚਿੱਤ ਨੂੰ ਮਾਰਨਾ ਸੁਖ ਰੂਪ ਹੈ ਕਿ ਅਸੀਂ ਆਪਣੇ ਮਨ ਨੂੰ ਇਹ ਦ੍ਰਿਸ਼, ਇਹ ਜੋ ਸੰਸਾਰ ਹੈ ਇਹਦੇ ਵੱਲੋਂ ਮੋੜ ਕੇ ਅਸੀਂ ਇਸ ਨੂੰ ਆਪਣੇ ਅੰਦਰ ਆਪਣੀ ਆਤਮਾ ਦੇ ਨਾਲ ਜੋੜਨਾ ਹੈ ਤਾਂ ਫਿਰ ਅਸੀਂ ਸੁਖ ਪ੍ਰਾਪਤ ਕਰਾਂਗੇ। ਇਹ ਹੀ ਸਭ ਤੋਂ ਵੱਡੀ ਔਸ਼ਧ ਹੈ ਕਿ ਇਹ ਜਿਹੜਾ ਸਾਡਾ ਮਨ ਬਾਹਰ ਮੁਖੀ ਹੋਇਆ ਹੈ ਇਸ ਨੂੰ ਅੰਤਰਮੁਖੀ ਕਰਨਾ ਹੈ ਔਰ ਆਪਣੇ ਸੱਚੇ ਸਰੂਪ ਭਾਵ ਕਿ ਜੋ ਪਰਮਾਤਮਾ ਸਾਡੇ ਵਿੱਚ ਆਤਮਾ ਦੇ ਰੂਪ ਦੇ ਵਿੱਚ ਵਿਰਾਜਮਾਨ ਹੈ ਉਸ ਦੇ ਨਾਲ ਜੋੜਨਾ ਹੈ। ਅੱਜ ਦਾ ਜੋ ਪ੍ਰਸੰਗ ਹੈ ਉਸ ਵਿੱਚ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਜਦ ਪੁਰਸ਼ ਅਸੰਕਲਪ ਰੂਪੀ ਔਸ਼ਧ ਕਰਕੇ ਚਿੱਤ ਰੂਪੀ ਰੋਗ ਕੱਟੇ ਤਦ ਉਸ ਪਦ ਨੂੰ ਪ੍ਰਾਪਤ ਹੋਵੇ ਜੋ ਸਰਬ ਤੇ ਸਰਬ ਵਿਆਪਕ ਸ਼ਾਂਤ ਰੂਪ ਹੈ ਕਿ ਜਦੋਂ ਅਸੀਂ ਅਸੰਕਲਪ ਆਪਣੇ ਮਨ ਦੇ ਵਿੱਚੋਂ ਜੋ ਫੁਰਨੇ ਉੱਠਦੇ ਹਨ, ਸੰਕਲਪ ਉੱਠਦਾ ਹੈ, ਇੱਛਾ ਉੱਠਦੀ ਹੈ, ਜੋ ਸਾਡੇ ਮਨ ਵਿੱਚੋਂ ਅਹੰਕਾਰ ਉੱਠਦਾ ਹੈ, ਉਸ ਨੂੰ ਅਸੀਂ ਦੂਰ ਕਰੀਏ ਤੇ ਫਿਰ ਅਸੀਂ ਇਹ ਜੋ ਸਾਡੇ ਮਨ ਦੀ ਸ਼ਕਤੀ ਚਿੱਤ ਹੈ ਇਸ ਤੋਂ ਬਚ ਸਕਦੇ ਹਾਂ ਤੇ ਫਿਰ ਅਸੀਂ ਉਸ ਪਦ ਨੂੰ ਪ੍ਰਾਪਤ ਹੋਵਾਂਗੇ ਜੋ ਸਰਵ ਵਿਆਪਕ ਸ਼ਾਂਤ ਰੂਪ ਪਰਮਾਤਮਾ ਹੈ। ਇਸ ਦੇਹ ਨੂੰ ਨਿਸ਼ਚਾ ਕਰਕੇ ਮੂੜ ਨੇ ਮਨ ਨੇ ਘੜਿਆ ਹੈ, ਇਸ ਲਈ ਪੁਰਸ਼ਾਰਥ ਕਰਕੇ ਚਿੱਤ ਨੂੰ ਚਿੱਤ ਕਰੋ ਤਦ ਇਸ ਬੰਧਨ ਤੋਂ ਛੁਟੋਗੇ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਇਹ ਜੋ ਸਾਡੀ ਦੇਹ ਹੈ, ਇਹ ਜੋ ਸਾਡਾ ਸਰੀਰ ਹੈ, ਇਹਦਾ ਨਿਸ਼ਚਾ ਸਾਡੇ ਮੂਰਖ ਮਨ ਨੇ ਕੀਤਾ ਹੈ ਔਰ ਮਨ ਨੇ ਸਰੀਰ ਘੜ ਲਿਆ ਹੈ। ਇਸ ਲਈ ਸਾਨੂੰ ਅਭਿਆਸ ਕਰਕੇ, ਮਿਹਨਤ ਕਰਕੇ, ਪੁਰਸ਼ਾਰਥ ਕਰਕੇ ਸਾਡੀ ਜਿਹੜੀ ਚਿੱਤ ਸ਼ਕਤੀ ਹੈ ਉਸ ਨੂੰ ਖਤਮ ਕਰਨਾ ਹੈ। ਫਿਰ ਅਸੀਂ ਇਸ ਸੰਸਾਰੀ ਬੰਧਨਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਜੋ ਸੰਸਾਰੀ ਬੰਧਨ ਹਨ ਇਹਨਾਂ ਤੋਂ ਅਸੀਂ ਛੁੱਟਣਾ ਹੈ ਤੇ ਸਾਡਾ ਜਿਹੜਾ ਚਿੱਤ ਹੈ ਇਸ ਤੇ ਸਾਨੂੰ ਕਾਬੂ ਕਰਕੇ ਇਸ ਦੀ ਤਾਕਤ ਨੂੰ ਖਤਮ ਕਰਨਾ ਪਵੇਗਾ ਕਿਉਂਕਿ ਸਾਡਾ ਜਿਹੜਾ ਚਿੱਤ ਹੈ ਇਹ ਸਾਨੂੰ ਸੰਸਾਰ ਦੇ ਨਾਲ ਜੋੜਦਾ ਹੈ ਔਰ ਜਦੋਂ ਸਾਡਾ ਚਿੱਤ ਆਪਣੀ ਸ਼ਕਤੀ ਖੋ ਜਾਏਗਾ ਫਿਰ ਅਸੀਂ ਪਰਮਾਤਮਾ ਦੇ ਨਾਲ ਜੁੜ ਸਕਦੇ ਹਾਂ। ਸ਼ੁੱਧ ਚਿੱਤ ਆਕਾਸ਼ ਵਿੱਚ ਯਤਨ ਕਰਕੇ ਚਿੱਤ ਨੂੰ ਜੋੜੋ। ਜਦ ਲੰਮੇ ਸਮੇਂ ਤੱਕ ਮਨ ਦਾ ਤੀਬਰ ਸਮੇਂ ਆਤਮਾ ਵੱਲ ਹੋਵੇਗਾ ਤਾਂ ਚੇਤਨ ਚਿੱਤ ਨੂੰ ਖਾ ਲਏਗਾ ਤੇ ਜਦ ਚਿੱਤ ਦਾ ਚਿੱਤਪਣਾ ਦੂਰ ਹੋ ਜਾਵੇਗਾ ਤਦ ਸਿਰਫ ਚੇਤਨ ਮਾਤਰ ਹੀ ਬਾਕੀ ਰਹੇਗਾ।
ਸੋ ਫਿਰ ਭਗਵਾਨ ਮਾਮੀ ਜੀ ਜ਼ੋਰ ਪਾ ਕੇ ਸਾਨੂੰ ਸਮਝਾਉਂਦੇ ਹਨ ਕਿ ਇਹ ਜਿਹੜਾ ਸਾਡਾ ਮਨ ਭੱਜਦਾ ਦੌੜਦਾ ਫਿਰਦਾ ਹੈ, ਇਹਦੇ ਜਿਹੜਾ ਤੀਵਰ ਸੰਵੇਗ ਹੈ, ਇਸ ਤੇ ਕਾਬੂ ਪਾਉਣਾ ਪਵੇਗਾ। ਇਹ ਮਨ ਦੀ ਦੌੜ ਭੱਜ ਨੂੰ ਖਤਮ ਕਰਨਾ ਪਵੇਗਾ ਤੇ ਇਹਦੀ ਜੋ ਸ਼ਕਤੀ ਚਿੱਤ ਹੈ, ਉਹਦੇ ਵਿੱਚੋਂ ਜਿਹੜੀ ਚੇਤਨਾ ਹੈ, ਜਿਹੜੇ ਉਹਦੇ ਵਿੱਚੋਂ ਸੰਕਲਪ ਉੱਠਦੇ ਹਨ, ਜਿਹੜੇ ਉਹਦੇ ਵਿੱਚੋਂ ਵਿਚਾਰ ਉੱਠਦੇ ਹਨ, ਸੋਚ ਉੱਠਦੀ ਹੈ, ਅਹੰਕਾਰ ਉੱਠਦਾ ਹੈ, ਉਸ ਨੂੰ ਖਤਮ ਕਰਕੇ ਅਸੀਂ ਪਰਮਾਤਮਾ ਦੇ ਨਾਲ ਜੁੜਨਾ ਹੈ। ਤਾਂ ਫਿਰ ਅਸੀਂ ਛੇਤੀ ਹੀ ਉਸ ਪਰਮਾਤਮਾ ਦੇ ਪਦ ਨੂੰ ਪਾ ਲਵਾਂਗੇ। ਸਾਡਾ ਮਨ ਫਿਰ ਹੌਲੀ ਹੌਲੀ ਸ਼ਾਂਤ ਹੋ ਜਾਵੇਗਾ ਜਦੋਂ ਅਸੀਂ ਪੁਰਸ਼ਾਰਥ ਕਰਾਂਗੇ, ਆਪਣੇ ਮਨ ਨੂੰ ਬਾਹਰ ਮੁਖੀ ਜਿਹੜਾ ਹੋਇਆ ਫਿਰਦਾ ਹੈ, ਇਸ ਨੂੰ ਅੰਤਰਮੁਖੀ ਕਰਾਂਗੇ, ਆਪਣੀ ਆਤਮਾ ਦੇ ਨਾਲ ਜੋੜਾਂਗੇ। ਜਦ ਜਗਤ ਦੀ ਭਾਵਨਾ ਤੋਂ ਤੁਸੀਂ ਮੁਕਤ ਹੋਵੋਗੇ, ਤਦ ਤੁਹਾਡੀ ਬੁੱਧੀ ਪਰਮਾਰਥ ਤੱਤ ਵਿੱਚ ਜੁੜੇਗੀ, ਭਾਵ ਬੋਧ ਰੂਪ ਹੋ ਜਾਵੇਗੀ। ਸੋ ਇਹ ਜਦੋਂ ਹੌਲੀ ਹੌਲੀ ਅਸੀਂ ਪੁਰਸ਼ਾਰਥ ਕਰਦੇ ਹਾਂ, ਸੰਤ ਮਹਾਤਮਾ ਦੀ ਸੰਗਤ ਕਰਦੇ ਹਾਂ, ਸਤਸੰਗ ਦੇ ਵਿੱਚ ਜਾਂਦੇ ਹਾਂ, ਸੱਚ ਦਾ ਸੰਗ, ਉਹ ਪਰਮਾਤਮਾ ਦਾ ਸੰਗ ਕਰਦੇ ਹਾਂ, ਬਾਣੀ ਦੇ ਨਾਲ ਜੁੜਦੇ ਹਾਂ, ਉਸ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਉੱਤੇ ਅਮਲ ਕਰਦੇ ਹਾਂ, ਤੇ ਫਿਰ ਇਹ ਜੋ ਸੰਸਾਰ ਦੀ ਭਾਵਨਾ ਹੈ ਉਹ ਤੋਂ ਅਸੀਂ ਮੁਕਤ ਹੋ ਜਾਵਾਂਗੇ। ਤੇ ਫਿਰ ਸਾਡੀ ਜਿਹੜੀ ਬੁੱਧੀ ਹੈ, ਜਿਹੜੀ ਸਾਡੀ ਸੋਚ ਸਮਝ ਹੈ, ਉਹ ਪਰਮਾਰਥ ਤੱਤ, ਉਹ ਪਰਮਾਤਮਾ ਦੇ ਤੱਤ ਨਾਲ ਜੁੜੇਗੀ, ਪਰਮਾਤਮਾ ਦੇ ਨਾਲ ਜੁੜੇਗੀ। ਭਾਵ ਭਗਵਾਨ ਮਾਮੀ ਜੀ ਕੀ ਸਮਝਾਉਂਦੇ ਹਨ ਕਿ ਫਿਰ ਸਾਡੀ ਜਿਹੜੀ ਸਮਝ ਹੈ ਉਹ ਵੀ ਪਰਮਾਤਮਾ ਦਾ ਰੂਪ ਧਾਰ ਲਵੇਗੀ, ਸਾਡੀ ਸੋਚ ਵੀ, ਸਾਡੀ ਭਾਵਨਾ ਜਿਹੜੀ ਹੈ ਉਹ ਵੀ ਪਰਮਾਤਮਾ ਦੇ ਵਿੱਚ ਹੋਵੇਗੀ। ਇਸ ਲਈ ਇਸ ਚਿੱਤ ਨੂੰ ਚਿੱਤ ਨਾਲ ਗ੍ਰਾਸ ਕਰ ਲਓ। ਜਦ ਤੁਸੀਂ ਪਰਮ ਪੁਰਸ਼ਾਰਥ ਕਰਕੇ ਚਿੱਤ ਨੂੰ ਚਿੱਤ ਕਰੋਗੇ, ਤਦ ਮਹਾ ਅਦਵੈਤ ਪਦ ਨੂੰ ਪ੍ਰਾਪਤ ਹੋਵੋਗੇ। ਇਸ ਲਈ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਇਹ ਜਿਹੜਾ ਚਿੱਤ ਹੈ ਸਾਡਾ, ਇਹ ਸਾਡੇ ਜਿਹੜੀ ਮਨ ਦੀ ਸ਼ਕਤੀ ਚਿੱਤ ਹੈ, ਇਹ ਚਿੱਤ ਨੂੰ ਚਿੱਤ ਦੇ ਨਾਲ ਹੀ ਅਸੀਂ ਖਤਮ ਕਰਨਾ ਹੈ। ਚਿੱਤ ਨੂੰ ਚਿੱਤ ਖਾਏਗਾ ਤੇ ਫਿਰ ਅਸੀਂ ਪਰਮ ਪੁਰਸ਼ਾਰਥ, ਇਹ ਨਹੀਂ ਹੈ ਕਿ ਅਸੀਂ ਬਾਣੀ ਨੂੰ ਪੜ੍ਹਿਆ ਸੁਣਿਆ, ਇੱਥੇ ਤੋਂ ਫਿਰ ਗੱਲ ਰਹਿ ਗਈ। ਅਸੀਂ ਪੁਰਸ਼ਾਰਥ ਕਰਨਾ ਹੈ ਜਿਸ ਤਰ੍ਹਾਂ ਬਾਣੀ ਦੱਸਦੀ ਹੈ, ਉਹ 'ਤੇ ਅਮਲ ਕਰਨਾ ਹੈ ਔਰ ਪਰਮ ਹਮੇਸ਼ਾ ਕਰੀ ਜਾਣਾ ਹੈ। ਫਿਰ ਸਾਡਾ ਜਿਹੜਾ ਚਿੱਤ ਹੈ ਅਚਿੱਤ ਹੋ ਜਾਵੇਗਾ, ਭਾਵ ਉਹਦੀ ਸ਼ਕਤੀ ਜਿਹੜੀ ਹੈ ਖਤਮ ਹੋ ਜਾਵੇਗੀ। ਤੇ ਫਿਰ ਅਸੀਂ ਮਹਾ ਅਦਵੈਤ, ਉਹ ਜੋ ਪ੍ਰਭੂ ਪਰਮੇਸ਼ਵਰ ਹੈ, ਪਰ ਬ੍ਰਹਮ ਈਸ਼ਵਰ ਹੈ, ਜਿਹਦਾ ਸੰਸਾਰ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ, ਉਸ ਨੂੰ ਅਸੀਂ ਪ੍ਰਾਪਤ ਕਰਾਂਗੇ। ਅਦਵੈਤ ਪਦ, ਜਿਹਦੇ ਨਾਲ ਕੋਈ ਵੀ ਸੰਸਾਰੀ ਚੀਜ਼ ਨਹੀਂ ਜੁੜਦੀ, ਉਹ ਪਦ ਕਿਹੜਾ ਹੈ? ਉਹ ਉਸ ਪ੍ਰਭੂ ਪਰਮੇਸ਼ਵਰ ਪਰ ਬ੍ਰਹਮ ਈਸ਼ਵਰ ਦਾ ਪਦ ਹੈ। ਉਸ ਦੇ ਨਾਲ ਫਿਰ ਅਸੀਂ ਜੁੜਾਂਗੇ। ਪਰ ਸ਼ਰਤ ਇਹ ਹੈ ਕਿ ਅਸੀਂ, ਸਾਡੇ ਮਨ ਦੀ ਸ਼ਕਤੀ ਜੋ ਚਿੱਤ ਹੈ, ਇਸ ਨੂੰ ਅਚਿੱਤ ਕਰਨਾ ਹੈ, ਇਹਦੀ ਸ਼ਕਤੀ ਨੂੰ ਖਤਮ ਕਰਨਾ ਹੈ। ਭਗਵਾਨ ਮਾਮੀ ਜੀ ਸਮਝਾਉਂਦੇ ਹਨ, ਮਨ ਨੂੰ ਜਿੱਤਣ ਵਿੱਚ ਤੁਹਾਨੂੰ ਹੋਰ ਕੁਝ ਯਤਨ ਨਹੀਂ, ਸਿਰਫ ਇੱਕ ਸੰਵੇਦਨ ਦਾ ਪ੍ਰਵਾਹ ਉਲਟਣਾ ਹੈ ਕਿ ਦ੍ਰਿਸ਼ ਵੱਲੋਂ ਨਿਵਰਤ ਕਰਕੇ ਆਤਮਾ ਵੱਲ ਜੋੜੋ। ਇਸ ਨਾਲ ਚਿੱਤ ਅਚਿੱਤ ਹੋ ਜਾਵੇਗਾ। ਇਹ ਮਨ ਨੂੰ ਜਿੱਤਣ ਵਿੱਚ ਕੋਈ ਐਡਾ ਵੱਡਾ ਯਤਨ ਨਹੀਂ ਸਾਨੂੰ ਕਰਨਾ ਪਵੇਗਾ। ਕਿਸ ਤਰ੍ਹਾਂ ਅਸੀਂ ਇਹ ਮਨ ਨੂੰ ਜਿੱਤਣਾ ਹੈ? ਸੰਵੇਦਨ, ਜੋ ਸਾਡੇ ਮਨ ਦੇ ਵਿੱਚੋਂ ਇੱਛਾ ਭਰੀ ਸੋਚ ਨਿਕਲਦੀ ਹੈ, ਅਹੰਕਾਰ ਭਰੀ ਸੋਚ ਨਿਕਲਦੀ ਹੈ, ਉਹ ਜਿਹੜੀ ਸੋਚ ਹੈ ਉਸ ਨੂੰ ਅਸੀਂ ਬਦਲਣਾ ਹੈ। ਉਹ ਅਹੰਕਾਰ ਨੂੰ ਅਸੀਂ ਉਲਟਾ ਕਰਨਾ ਹੈ। ਅਸੀਂ ਇਸ ਨੂੰ ਸੰਸਾਰ ਵੱਲੋਂ ਦੂਰ ਕਰਨਾ ਹੈ ਤੇ ਅਸੀਂ ਆਪਣੀ ਆਤਮਾ ਦੇ ਨਾਲ ਆਪਣੇ ਮਨ ਨੂੰ ਜੋੜਨਾ ਹੈ। ਫਿਰ ਕੀ ਹੋਵੇਗਾ? ਸਾਡਾ ਜਿਹੜਾ ਚਿੱਤ ਹੈ ਉਹਦੀ ਸ਼ਕਤੀ ਜਿਹੜੀ ਹੈ ਖਤਮ ਹੋ ਜਾਵੇਗੀ। ਫਿਰ ਚਿੱਤ ਜਿਹੜਾ ਹੈ ਉਹ ਵੀ ਆਤਮਾ ਦੇ ਨਾਲ ਜੁੜੇਗਾ
ਤੇ ਉਹਦੀ ਸ਼ਕਤੀ ਜਿਹੜੀ ਹੈ ਉਹ ਖਤਮ ਹੋ ਜਾਵੇਗੀ ਤੇ ਅਸੀਂ ਸ਼ਾਂਤ ਰੂਪ ਆਤਮਾ ਹੋ ਜਾਵਾਂਗੇ। ਚਿੱਤ ਦਾ ਸੋਗ ਤੋਂ ਰਹਿਤ ਹੋਣਾ ਪਰਮ ਕਲਿਆਣ ਹੈ। ਇਸ ਲਈ ਸੋਗ ਤੋਂ ਰਹਿਤ ਹੋ ਜਾਵੋ ਕਿ ਇਹ ਜਿਹੜਾ ਸਾਡਾ ਚਿੱਤ ਹੈ ਬਹੁਤ ਜ਼ਰੂਰੀ ਹੈ ਕਿ ਇਹ ਜੋ ਸੰਸਾਰੀ ਦੁੱਖ ਸੁੱਖ ਹਨ ਇਹਨਾਂ ਤੋਂ ਅਸੀਂ ਇਹ ਚਿੱਤ ਨੂੰ ਦੂਰ ਕਰਨਾ ਹੈ, ਫਿਰ ਹੀ ਸਾਡੀ ਕਲਿਆਣ ਹੋ ਸਕਦੀ ਹੈ। ਇਸ ਲਈ ਸਾਨੂੰ ਇਹ ਜੇ ਸੰਸਾਰੀ ਦੁੱਖ ਸੁੱਖ ਹਨ ਇਹਨਾਂ ਤੋਂ ਆਪਣੇ ਆਪ ਨੂੰ ਦੂਰ ਕਰਨਾ ਪੈਣਾ ਹੈ। ਚਿੱਤ ਦੇ ਮਗਰ ਲੱਗ ਕੇ ਪਿਆਰ ਨਫ਼ਰਤ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਅਸੀਂ ਪੈ ਜਾਂਦੇ ਹਾਂ। ਇਸ ਕਰਕੇ ਅਸੀਂ ਇਹ ਜੋ ਸੰਸਾਰੀ ਵਿਸ਼ੇ ਵਿਕਾਰ ਹਨ ਇਹਨਾਂ ਤੋਂ ਆਪਣੇ ਮਨ ਨੂੰ ਦੂਰ ਕਰਨਾ ਹੈ, ਆਪਣੇ ਚਿੱਤ ਨੂੰ ਦੂਰ ਕਰਨਾ ਹੈ ਔਰ ਇਸ ਨੂੰ ਆਪਣੇ ਮਨ ਨੂੰ ਆਪਣੇ ਚਿੱਤ ਨੂੰ ਅੰਤਰਮੁਖੀ ਕਰਨਾ ਹੈ। ਜਿਸ ਨੇ ਮਨ ਨੂੰ ਜਿੱਤਿਆ ਹੈ ਉਸ ਨੂੰ ਤਰਲੋਕੀ ਦਾ ਜਿੱਤਣਾ ਤ੍ਰਿਣ ਸਮਾਨ ਹੈ। ਦੇਖੋ ਕਿੱਡੀ ਵੱਡੀ ਗੱਲ ਭਗਵਾਨ ਵਾਲਮੀਕ ਜੀ ਨੇ ਸਾਨੂੰ ਦੱਸੀ ਹੈ ਕਿ ਜਿਹੜੇ ਇਨਸਾਨ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਉਸ ਲਈ ਇਹ ਤਿੰਨਾਂ ਲੋਕਾਂ ਦਾ ਜਿੱਤਣਾ ਜਿਸ ਤਰ੍ਹਾਂ ਇੱਕ ਤ੍ਰਿਣ ਇੱਕ ਘਾਹ ਦਾ ਛੋਟਾ ਜਿਹਾ ਸੁੱਕਾ ਟੁਕੜਾ ਹੁੰਦਾ ਹੈ ਉਸ ਤਰ੍ਹਾਂ ਹੋ ਜਾਂਦਾ ਹੈ। ਉਹ ਤਿੰਨਾਂ ਲੋਕਾਂ ਨੂੰ ਇਨਸਾਨ ਜਿੱਤ ਲੈਂਦਾ ਹੈ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਹੈ। ਸੋ ਇਹ ਭਗਵਾਨ ਵਾਲਮੀਕ ਜੀ ਦਾ ਜੋ ਉਪਦੇਸ਼ ਆ ਸਾਨੂੰ ਆਪਣੇ ਹਿਰਦੇ ਨਾਲ ਇਸ ਨੂੰ ਬੰਨ੍ਹ ਲੈਣਾ ਚਾਹੀਦਾ, ਜੋੜ ਲੈਣਾ ਚਾਹੀਦਾ ਹੈ ਕਿ ਜੇ ਅਸੀਂ ਸੰਸਾਰ ਦੇ ਵਿੱਚ ਸ਼ਾਂਤੀ ਦੀ ਪ੍ਰਾਪਤੀ ਕਰਨੀ ਹੈ, ਉਸ ਪਰਮਾਤਮਾ ਦੇ ਨਾਲ ਜੁੜ ਕੇ ਉਸ ਨੂੰ ਪ੍ਰਾਪਤ ਕਰਨਾ ਹੈ ਪਰਮ ਪਦ ਨੂੰ, ਤਾਂ ਫਿਰ ਸਾਨੂੰ ਇਹ ਮਨ ਨੂੰ ਜਿੱਤਣਾ ਪਵੇਗਾ। ਇਹ ਮਨ ਹੀ ਹੈ ਜਿਹੜਾ ਸਾਨੂੰ ਸੰਸਾਰ ਦੇ ਨਾਲ ਜੋੜਦਾ ਹੈ ਔਰ ਜੋ ਸਾਡੇ ਵਿੱਚ ਇਹ ਭੱਜ ਦੌੜ ਲੱਗੀ ਹੋਈ ਹੈ ਸੰਸਾਰੀ ਭੋਗ ਪਦਾਰਥਾਂ ਦੀ, ਜਿਹੜੀ ਸਾਡੇ ਵਿੱਚ ਕੋਈ ਸ਼ਾਂਤੀ ਨਹੀਂ ਹੈ, ਇਹ ਮਨ ਦਾ ਕਰਕੇ ਹੀ ਹੈ। ਸੋ ਇਹ ਮਨ ਜੋ ਹੈ ਇਸ ਨੂੰ ਅੰਤਰਮੁਖੀ ਕਰਨਾ ਹੈ। ਅਸੀਂ ਇਹਨੂੰ ਜਿੰਨੇ ਚਿਰ ਮਨ ਨੂੰ ਜਿੱਤ ਕੇ ਅਸੀਂ ਇਹਦੀ ਸ਼ਕਤੀ ਨਹੀਂ ਖਤਮ ਕਰਾਂਗੇ ਉਨੀ ਦੇਰ ਤੱਕ ਸਾਡਾ ਭਲਾ ਨਹੀਂ ਹੋ ਸਕਦਾ। ਆਪਣਾ ਜਨਮ ਜੋ ਹੈ ਅਸੀਂ ਉਹ ਸਫਲ ਨਹੀਂ ਕਰ ਸਕਦੇ। ਜਿਹੜਾ ਸਾਡਾ ਜਨਮ ਲੈਣ ਦਾ ਮਕਸਦ ਹੈ ਕਿ ਅਸੀਂ ਇਹ ਸੰਸਾਰ ਤੋਂ ਮੁਕਤ ਹੋਣਾ, ਫਿਰ ਹੀ ਅਸੀਂ ਇਹ ਆਪਣਾ ਜੋ ਮਕਸਦ ਹੈ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ ਕਿ ਜਦੋਂ ਅਸੀਂ ਆਪਣੇ ਮਨ ਨੂੰ ਜਿੱਤਾਂਗੇ ਤੇ ਆਪਣੇ ਮਨ ਨੂੰ ਅੰਤਰਮੁਖੀ ਕਰਕੇ ਇਸ ਨੂੰ ਆਪਣੀ ਆਤਮਾ ਦੇ ਨਾਲ ਜੋੜਾਂਗੇ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਅਜਿਹੇ ਸੂਰਮੇ ਹਨ ਜੋ ਕਿ ਸ਼ਾਸਤਰਾਂ ਦੇ ਪ੍ਰਹਾਰ ਸਹਾਰਦੇ ਹਨ, ਅੱਗ ਵਿੱਚ ਸੜਨਾ ਵੀ ਸਹਾਰਦੇ ਹਨ ਤੇ ਵੈਰੀ ਨੂੰ ਮਾਰਦੇ ਹਨ। ਤਦ ਸੁਭਾਵਿਕ ਫੁਰਨੇ ਨਾਲ ਸਹਾਰਨ ਵਿੱਚ ਕੀ ਮੁਸ਼ਕਿਲ ਹੈ। ਸੋ ਇੱਕ ਬੜੀ ਸੋਹਣੀ ਮਿਸਾਲ ਦੇ ਕੇ ਭਗਵਾਨ ਵਾਲਮੀਕ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਇਹੋ ਜਿਹੇ ਵੱਡੇ ਵੱਡੇ ਸੂਰਮੇ ਹਨ ਜਿਹੜੇ ਜੰਗ ਦੇ ਵਿੱਚ ਜਾਂਦੇ ਹਨ ਤੇ ਜ਼ਖਮੀ ਹੋ ਜਾਂਦੇ ਹਨ ਤੇ ਉਹ ਜ਼ਖਮਾਂ ਨੂੰ ਵੀ ਸਹਾਰ ਲੈਂਦੇ ਹਨ। ਅੱਗ ਵਿੱਚ ਸੜਦੇ ਹਨ, ਉਹ ਅੱਗ ਦੀ ਉਹ ਜਿਹੜੀ ਜਲਨ ਹੈ ਉਹਨੂੰ ਵੀ ਸਹਾਰ ਲੈਂਦੇ ਹਨ, ਵੈਰੀ ਨੂੰ ਵੀ ਮਾਰਦੇ ਹਨ। ਤੇ ਫਿਰ ਇਹ ਜੋ ਫੁਰਨਾ ਹੈ ਇਸ ਨੂੰ ਸਹਾਰਨਾ ਕਿਉਂ ਸਾਡੇ ਲਈ ਮੁਸ਼ਕਲ ਹੈ। ਫਿਰ ਤਾਂ ਅਸੀਂ ਇਹ ਜੋ ਫੁਰਨਾ ਹੈ ਸਾਡੇ ਮਨ ਦੇ ਵਿੱਚੋਂ ਉੱਠਦਾ ਉਸ ਨੂੰ ਵੀ ਅਸੀਂ ਸਹਾਰ ਸਕਦੇ, ਉਸ ਨੂੰ ਵੀ ਖਤਮ ਕਰ ਸਕਦੇ ਹਾਂ। ਜੋ ਫੁਰਨਾ ਸਾਡੇ ਵਿੱਚੋਂ ਉੱਠਦਾ ਹੈ ਸੰਸਾਰ ਵੱਲ ਖਿੱਚਦਾ ਹੈ, ਅਸੀਂ ਜੇ ਆਪਣੇ ਮਨ ਨੂੰ ਕਹੀਏ ਕਿ ਨਹੀਂ ਅਸੀਂ ਸੰਸਾਰ ਵੱਲ ਨਹੀਂ ਜਾਣਾ, ਅਸੀਂ ਅੰਤਰਮੁਖੀ ਹੋਣਾ ਹੈ, ਅਸੀਂ ਆਪਣੀ ਆਤਮਾ ਦੇ ਨਾਲ ਜੁੜਨਾ ਹੈ, ਫਿਰ ਸਾਡੇ ਲਈ ਇਹ ਵੀ ਹੋ ਜਾਵੇਗਾ। ਅਸੀਂ ਇਹ ਮਨ ਦੀ ਜਿਹੜੀ ਸ਼ਕਤੀ ਹੈ ਉਸ ਨੂੰ ਕਾਬੂ ਕਰ ਲਵਾਂਗੇ ਤਾਂ ਫਿਰ ਸਾਡੇ ਲਈ ਸਾਡੇ ਮਨ ਨੂੰ ਅੰਤਰਮੁਖੀ ਕਰਨਾ ਵੀ ਸੌਖਾ ਹੋ ਜਾਵੇਗਾ। ਅੰਤਰਮੁਖੀ ਹੋ ਕੇ ਹੀ ਅਸੀਂ ਆਪਣਾ ਜਨਮ ਸਫਲ ਕਰ ਸਕਦੇ ਹਾਂ। ਜਿਨ੍ਹਾਂ ਨੂੰ ਆਪਣਾ ਚਿੱਤ ਉਲਟਾਉਣ ਦੀ ਸਮਰਥਾ ਨਹੀਂ ਉਹ ਮਨੁੱਖਾਂ ਵਿੱਚ ਨੀਚ ਹਨ। ਸੋ ਦੇਖੋ ਭਗਵਾਨ ਵਾਲਮੀਕ ਜੀ ਕਹਿੰਦੇ ਹਨ ਕਿ ਜਿਹੜੇ ਜੀਵਾਂ ਨੇ ਆਪਣੇ
ਇਹ ਜਿਹੜਾ ਸਾਡਾ ਮਨ ਇਸ ਸੰਸਾਰ ਵੱਲ ਭੱਜ ਰਿਹਾ ਹੈ, ਸੰਸਾਰ ਦੇ ਨਾਲ ਜੁੜਿਆ ਹੋਇਆ ਹੈ, ਸਾਨੂੰ ਉੱਧਰ ਨੂੰ ਖਿੱਚਦਾ ਹੈ। ਇਹਦੀ ਸ਼ਕਤੀ ਨੂੰ ਨਹੀਂ ਉਲਟਾਉਂਦੇ, ਇਹਨੂੰ ਸੰਸਾਰ ਵੱਲੋਂ ਮੋੜ ਕੇ ਆਪਣੇ ਅੰਦਰ ਆਪਣੀ ਆਤਮਾ ਵੱਲ ਨਹੀਂ ਲਿਆਉਂਦੇ। ਉਹ ਜਿਹੜੇ ਜੀਵ ਹਨ ਉਹ ਮਨੁੱਖਾਂ ਵਿੱਚੋਂ ਨੀਚ ਹਨ, ਜਿਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਜੰਮਿਆ ਹਾਂ, ਮੈਂ ਮਰਾਂਗਾ ਤੇ ਮੈਂ ਜੀਵ ਹਾਂ। ਉਹਨਾਂ ਨੂੰ ਇਹ ਅਸਤ ਰੂਪ ਪ੍ਰਮਾਦ ਚਪਲਤਾ ਕਰਕੇ ਲੱਗਦਾ ਹੈ ਕਿ ਦੇਖੋ ਭਗਵਾਨ ਮਾਨ ਜੀ ਸਮਝਾਉਂਦੇ ਹਨ ਕਿ ਉਹ ਇਨਸਾਨ ਜਿਹੜੇ ਇਹ ਮਹਿਸੂਸ ਕਰਦੇ ਹਨ ਕਿ ਮੇਰਾ ਜਨਮ ਹੋਇਆ ਹੈ ਔਰ ਮੈਂ ਮਰਨਾ ਵੀ ਹੈ, ਮੈਂ ਜੀਵ ਹਾਂ, ਉਹਨਾਂ ਨੂੰ ਇੱਕ ਝੂਠ ਰੂਪੀ ਜੋ ਭੁਲੇਖਾ ਪਿਆ ਹੋਇਆ ਹੈ ਉਹ ਮਨ ਦਾ ਕਰਕੇ ਉਹਨਾਂ ਨੂੰ ਇਹ ਲੱਗਦਾ ਹੈ, ਕਿਉਂਕਿ ਉਹਨਾਂ ਦਾ ਮਨ ਉਹਨਾਂ ਨੂੰ ਟਿਕਣ ਨਹੀਂ ਦਿੰਦਾ। ਇਹ ਮਨ ਦੀ ਸੋਚ ਹੈ ਕਿ ਮੈਂ ਸਰੀਰ ਹਾਂ, ਮੈਂ ਜੀਣਾ ਹਾਂ, ਮੈਂ ਮਰਨਾ ਹਾਂ। ਜਿਵੇਂ ਕੋਈ ਕਿਸੇ ਥਾਂ ਬੈਠਾ ਹੋਵੇ ਤੇ ਮਨ ਦੇ ਫੁਰਨੇ ਨਾਲ ਹੋਰ ਦੇਸ਼ ਵਿੱਚ ਕੰਮ ਕਰਨ ਲੱਗੇ ਤਾਂ ਭਰਮ ਰੂਪ ਹੈ, ਤਿਵੇਂ ਹੀ ਆਪ ਨੂੰ ਜਨਮ ਮਰਨ ਭਰਮ ਕਰਕੇ ਮੰਨਦਾ ਹੈ। ਸੋ ਭਗਵਾਨ ਵਾਲਮੀਕ ਜੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਕੋਈ ਕਿਸੇ ਜਗ੍ਹਾ 'ਤੇ ਬੈਠਾ ਹੋਵੇ ਤੇ ਉਹਦੇ ਮਨ ਦੇ ਵਿੱਚ ਸੋਚ ਉੱਠਦੀ ਹੈ, ਜਿਸ ਸੋਚ ਦੇ ਨਾਲ ਉਹ ਹੋਰ ਦੇਸ਼ ਦੇ ਵਿੱਚ ਚਲੇ ਜਾਂਦਾ ਹੈ, ਉੱਥੇ ਕੰਮ ਕਰਨ ਲੱਗ ਜਾਂਦਾ ਹੈ, ਪਰ ਇਹ ਮਨ ਦੀ ਸੋਚ ਹੈ, ਉਹ ਕਰਦਾ ਤੇ ਨਹੀਂ ਹੈ, ਇੱਕ ਭਰਮ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਨਸਾਨ ਆਪ ਨੂੰ ਜਨਮ ਮਰਨ ਭਰਮ ਕਰਕੇ ਮੰਨਦਾ ਹੈ, ਕਿਉਂਕਿ ਮਨ ਦੇ ਮਗਰ ਲੱਗਾ ਹੋਇਆ ਹੈ, ਭਰਮਾਂ ਦੇ ਵਿੱਚ ਪਿਆ ਹੋਇਆ ਹੈ। ਸੋ ਆਪਣੇ ਆਪ ਨੂੰ ਜਨਮਦਾ ਮਰਦਾ ਦੇਖਦਾ ਹੈ। ਮਨੁੱਖ ਮਨ ਰੂਪੀ ਸਰੀਰ ਨਾਲ ਇਸ ਲੋਕ ਤੇ ਪਰਲੋਕ ਵਿੱਚ ਮੋਖ ਹੋਣ ਤੱਕ ਚਿੱਤ ਵਿੱਚ ਭਟਕਦਾ ਹੈ ਕਿ ਦੇਖੋ ਜਿਹੜਾ ਮਨੁੱਖ ਹੈ, ਜਿੰਨੀ ਦੇਰ ਤੱਕ ਸਰੀਰ ਨਾਲ ਬੱਝਾ ਹੋਇਆ ਹੈ ਤੇ ਉਹ ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਜਿੰਨੇ ਚਿਰ ਉਹਨੂੰ ਮੁਕਤੀ ਨਹੀਂ ਮਿਲਦੀ, ਉਨੀ ਦੇਰ ਤੱਕ ਆਪਣੇ ਚਿੱਤ ਦੇ ਮਗਰ ਲੱਗਾ ਹੋਇਆ ਇਸ ਲੋਕ ਦੇ ਵਿੱਚ ਪਰਲੋਕ ਦੇ ਵਿੱਚ ਭਟਕਦਾ ਫਿਰੇਗਾ। ਉਹਦਾ ਛੁਟਕਾਰਾ ਨਹੀਂ ਹੋਵੇਗਾ, ਉਹਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੋਵੇਗੀ। ਸੋ ਭਗਵਾਨ ਵਾਲਮੀਕ ਜੀ ਸਾਨੂੰ ਇਹ ਜੋ ਚਿੱਤ ਹੈ, ਮਨ ਦੀ ਸ਼ਕਤੀ ਹੈ, ਉਸ ਦੇ ਬਾਰੇ ਸਮਝਾਉਂਦੇ ਹਨ ਕਿ ਜੇ ਅਸੀਂ ਸੰਸਾਰ ਤੋਂ ਮੁਕਤ ਹੋਣਾ ਹੈ ਤੇ ਉਹ ਸ਼ਕਤੀ ਨੂੰ ਖਤਮ ਕਰਨਾ ਪਵੇਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਬ੍ਰੇਕ ਦਾ ਸਮਾਂ ਹੋ ਰਿਹਾ ਹੈ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਅਸੀਂ ਤੁਹਾਡੇ ਨਾਲ ਜੁੜਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ। झूठी माया झूठे धंधे, झूठा सब संसार। झूठी माया झूठे धंधे, झूठा सब संसार। खाली आया खाली जाना, बढ़ दिहाड़ी चारे। झूठी माया
वाल्मीकि महाराज की जय। जय वाल्मीकि जय वाल्मीकि जय वाल्मीकि जय वाल्मीकि। जो बोले सो निरपै भगवान वाल्मीकि महाराज की जय। गुरु रूप साध संगत जी, ब्रेक तो बाद ਅਸੀਂ ਇੱਕ ਵਾਰੀ ਫੇਰ ਆਪ ਦੇ ਨਾਲ ਜੁੜਦੇ ਹਾਂ। ਕਾਂਸ਼ੀ ਟੀਵੀ ਦੇ ਮਾਧਿਅਮ ਰਾਹੀਂ ਅਸੀਂ ਭਗਵਾਨ ਵਾਲਮੀਕ ਜੀ ਦੀ ਪਵਿੱਤਰ ਬਾਣੀ ਸ਼੍ਰੀ ਯੋਗ ਵਸ਼ਿਸ਼ਟ ਜੀ ਦੀ ਬਾਣੀ ਸਾਰੇ ਸੰਸਾਰ ਤੱਕ ਪਹੁੰਚਾ ਰਹੇ ਹਾਂ। ਅਸੀਂ ਕਾਂਸ਼ੀ ਟੀਵੀ ਦਾ ਲੱਖ ਲੱਖ ਧੰਨਵਾਦ ਕਰਦੇ ਹਾਂ। ਭਗਵਾਨ ਵਾਲਮੀਕ ਜੀ ਆਪਣੀ ਬਾਣੀ ਨੂੰ ਅੱਗੇ ਲੈ ਕੇ ਚੱਲਦੇ ਹਨ ਔਰ ਸਾਨੂੰ ਉਪਦੇਸ਼ ਕਰਦੇ ਹਨ ਕਿ ਜੇ ਚਿੱਤ ਟਿਕਿਆ ਹੈ ਤਾਂ ਤੁਹਾਨੂੰ ਮੌਤ ਦਾ ਡਰ ਕਿਵੇਂ ਹੁੰਦਾ ਹੈ। ਜੇ ਸਾਡਾ ਜਿਹੜਾ ਚਿੱਤ ਹੈ, ਜੇ ਇਹ ਟਿਕ ਗਿਆ ਹੈ, ਜੇ ਇਹਦੀ ਸ਼ਕਤੀ ਖਤਮ ਹੋ ਗਈ ਹੈ ਤੇ ਸੰਸਾਰ ਵੱਲੋਂ ਮੁੜ ਕੇ ਸਾਡੇ ਅੰਦਰ ਅੰਤਰਮੁਖੀ ਹੋ ਕੇ ਆਤਮਾ ਦੇ ਵਿੱਚ ਟਿਕ ਗਿਆ ਹੈ, ਤੇ ਫਿਰ ਸਾਨੂੰ ਮੌਤ ਦਾ ਡਰ ਕੋਈ ਨਹੀਂ ਰਹਿ ਜਾਂਦਾ। ਤੁਹਾਡਾ ਸਰੂਪ ਸਦਾ ਸੁੱਧ ਬੁੱਧ ਤੇ ਸਾਰੇ ਵਿਕਾਰਾਂ ਤੋਂ ਰਹਿਤ ਹੈ ਕਿ ਸਾਡੀ ਜਿਹੜੀ ਆਤਮਾ ਹੈ, ਉਹ ਜਿਹੜਾ ਸਾਡਾ ਸਰੂਪ ਪਰਮਾਤਮਾ ਦੀ ਜੋ ਅੰਸ਼ ਆਤਮਾ ਸਾਡੇ ਵਿੱਚ ਹੈ, ਜਿਹੜਾ ਸਾਡਾ ਸੱਚਾ ਸਰੂਪ ਹੈ, ਉਹ ਹਮੇਸ਼ਾ ਸ਼ੁੱਧ ਬੁੱਧ ਤੇ ਸਾਰੇ ਵਿਕਾਰਾਂ ਤੋਂ ਰਹਿਤ ਹੈ। ਉਹਦੇ ਵਿੱਚ ਕੋਈ ਵਿਕਾਰ ਨਹੀਂ ਹੈ। ਇਹ ਲੋਕ ਆਦਿਕ ਪਰਮ ਮਨ ਦੇ ਫੁਰਨੇ ਤੋਂ ਪੈਦਾ ਹੋਇਆ ਹੈ। ਮਨ ਤੋਂ ਵੱਖ ਜਗਤ ਦਾ ਕੁਝ ਰੂਪ ਨਹੀਂ ਹੈ। ਸੋ ਭਗਵਾਨ ਵਾਲਮੀਕ ਜੀ ਦੇਖੋ ਸਾਨੂੰ ਸੱਚ ਦੇ ਨਾਲ ਜੋੜਦੇ ਹਨ ਔਰ ਸਮਝਾਉਂਦੇ ਹਨ ਕਿ ਇਹ ਜੋ ਲੋਕ ਹੈ, ਇਹ ਜੋ ਸੰਸਾਰ ਹੈ, ਇਹ ਮਨ ਦੇ ਭਰਮ ਕਰਕੇ, ਇਹ ਮਨ ਨੇ ਇਹ ਤਸਵੀਰ ਖਿੱਚੀ ਹੈ ਜਿਹੜੀ ਸਾਨੂੰ ਸੱਚ ਦੀ ਤਰ੍ਹਾਂ ਨਜ਼ਰ ਆਉਂਦੀ ਹੈ। ਇਹ ਮਨ ਤੋਂ ਵੱਖ ਜਗਤ ਦਾ ਕੁਝ ਰੂਪ ਨਹੀਂ ਹੈ। ਜੇ ਅਸੀਂ ਆਪਣੇ ਮਨ ਨੂੰ ਜਿੱਤ ਲਈਏ ਤੇ ਇਹ ਤਸਵੀਰ ਵੀ ਜਿਹੜੀ ਹੈ ਇਹ ਵੀ ਅਲੋਪ ਹੋ ਜਾਵੇਗੀ। ਫਿਰ ਸਾਰੇ ਪਾਸੇ ਸਾਨੂੰ ਉਸ ਪ੍ਰਮਾਤਮਾ ਦੀ ਸ਼ਕਤੀ ਮਹਿਸੂਸ ਹੋਵੇਗੀ। ਸੋ ਇਹ ਮਨ ਜਿਹੜਾ ਹੈ ਇਹ ਹੀ ਸਾਡੇ ਨਾਲ ਖੇਡ ਕਰਦਾ ਹੈ, ਸਾਨੂੰ ਸੰਸਾਰ ਵੱਲ ਖਿੱਚਦਾ ਹੈ ਔਰ ਸਾਨੂੰ ਸੰਸਾਰ ਦੇ ਨਾਲ ਜੋੜਦਾ ਹੈ। ਪੁੱਤਰ, ਭਰਾ, ਨੌਕਰ ਆਦਿਕ ਜੋ ਸਨੇਹ ਦੇ ਸਥਾਨ ਹਨ ਤੇ ਉਹਨਾਂ ਦੇ ਕਲੇਸ਼ ਨਾਲ ਆਪ ਨੂੰ ਕਲੇਸ਼ੀ ਮੰਨਦੇ ਹਨ, ਉਹ ਵੀ ਚਿੱਤ ਨਾਲ ਮੰਨਦੇ ਹਨ ਕਿ ਦੇਖੋ ਸਾਡੇ ਪੁੱਤਰ, ਭਰਾ, ਨੌਕਰ ਆਦਿਕ ਇਹ ਜੋ ਵੀ ਹਨ, ਇਹਨਾਂ ਦੇ ਨਾਲ ਅਸੀਂ ਪਿਆਰ ਕਰਦੇ ਹਾਂ ਤੇ ਉਹਨਾਂ ਦੇ ਕਲੇਸ਼ ਨਾਲ ਅਸੀਂ ਵੀ ਆਪਣੇ ਆਪ ਨੂੰ, ਜੇ ਉਹਨਾਂ ਨੂੰ ਕੋਈ ਕਲੇਸ਼ ਹੋਵੇ, ਅਸੀਂ ਵੀ ਉਹਨਾਂ ਹੀ ਦੁੱਖ ਮਹਿਸੂਸ ਕਰਦੇ ਹਨ। ਪਰ ਇਹ ਕਿਉਂ ਹੁੰਦਾ ਹੈ? ਕਿਉਂਕਿ ਅਸੀਂ ਆਪਣੇ ਮਨ ਦੇ ਮਗਰ, ਆਪਣੇ ਚਿੱਤ ਦੇ ਮਗਰ ਲੱਗੇ ਹੋਏ ਹਾਂ। ਜਦ ਚਿੱਤ ਅਚਿੱਤ ਹੋ ਜਾਵੇ ਤਦ ਸਾਰੇ ਬੰਧਨਾਂ ਤੋਂ ਮੁਕਤ ਹੋ। ਪਰ ਜਦੋਂ ਜਿਹੜਾ ਸਾਡਾ ਚਿੱਤ ਹੈ, ਇਹ ਮਨ ਦੀ ਸ਼ਕਤੀ, ਜਦੋਂ ਇਹ ਅਚਿੱਤ ਭਾਵ ਕਿ ਇਹਦੀ ਜਿਹੜੀ ਚਿੱਤ ਸ਼ਕਤੀ ਹੈ ਜਦੋਂ ਖਤਮ ਹੋ ਜਾਵੇਗੀ, ਫਿਰ ਅਸੀਂ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਵਾਂਗੇ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਮੈਂ ਹੇਠਾਂ ਉੱਪਰ ਸਾਰੇ ਸਥਾਨ ਵੇਖੇ ਹਨ, ਸਾਰੇ ਸ਼ਾਸਤਰ ਵੀ ਵੇਖੇ ਹਨ ਤੇ ਉਹਨਾਂ ਨੂੰ ਇਕਾਂਤ ਵਿੱਚ ਬੈਠ ਕੇ ਬਾਰ-ਬਾਰ ਵਿਚਾਰਿਆ ਵੀ ਹੈ। ਸ਼ਾਂਤ ਹੋਣ ਦਾ ਹੋਰ ਕੋਈ ਉਪਾਅ ਨਹੀਂ, ਚਿੱਤ ਨੂੰ ਸ਼ਾਂਤ ਕਰਨਾ ਹੀ ਉਪਾਅ ਹੈ। ਸੋ ਦੇਖੋ ਭਗਵਾਨ ਵਾਲਮੀਕ ਜੀ ਆਪਣੀ ਬਾਣੀ ਦੇ ਵਿੱਚ ਸਾਨੂੰ ਦੱਸਦੇ ਹਨ ਕਿ ਹੇਠਾਂ ਉੱਪਰ ਸਾਰੇ ਸਥਾਨਾਂ ਨੂੰ ਦੇਖਿਆ ਹੈ, ਸਾਰੇ ਸ਼ਾਸਤਰ ਭਾਵ ਕੇ ਬਾਣੀ ਨੂੰ ਵੀ ਪੜ੍ਹਿਆ ਹੈ, ਵਿਚਾਰਿਆ ਹੈ ਔਰ ਇਕਾਂਤ ਵਿੱਚ ਬੈਠ ਕੇ ਬਾਰ-ਬਾਰ ਜੋ ਬਾਣੀ ਹੈ ਉਸ ਨੂੰ ਪੜ੍ਹ ਕੇ, ਸੁਣ ਕੇ ਉੱਤੇ ਵਿਚਾਰ ਕੀਤਾ ਹੈ। ਪਰ ਸ਼ਾਂਤ ਹੋਣ ਦਾ ਕੋਈ ਉਪਾਅ ਨਹੀਂ, ਸਿਰਫ ਚਿੱਤ ਨੂੰ ਸ਼ਾਂਤ ਕਰਨਾ ਹੀ ਇੱਕ ਉਪਾਅ ਹੈ। ਜਿੰਨੀ ਦੇਰ ਤੱਕ ਅਸੀਂ ਇਹ ਸਾਡੇ ਚਿੱਤ ਨੂੰ ਸ਼ਾਂਤ ਨਹੀਂ ਕਰਦੇ, ਓਨੀ ਦੇਰ ਤੱਕ ਅਸੀਂ
ਸ਼ਾਂਤੀ ਦੀ ਪ੍ਰਾਪਤੀ ਨਹੀਂ ਕਰ ਸਕਦੇ। ਭਾਵੇਂ ਅਸੀਂ ਲੱਖ ਕੋਸ਼ਿਸ਼ ਕਰੀਏ, ਜਿੱਥੇ ਮਰਜ਼ੀ ਚਲੇ ਜਾਈਏ, ਬਾਣੀ ਨੂੰ ਪੜ੍ਹ ਲਈਏ, ਸੁਣ ਲਈਏ, ਕੋਈ ਅਸਰ ਨਹੀਂ ਹੋਵੇਗਾ। ਅਸੀਂ ਆਪਣੇ ਮਨ ਨੂੰ ਜਿੱਤਣਾ ਹੈ, ਉਹਦੀ ਸ਼ਕਤੀ ਚਿੱਤ ਨੂੰ ਖਤਮ ਕਰਨਾ ਹੈ। ਇਹੀ ਹੀ ਇੱਕ ਉਪਾਅ ਹੈ ਜੇ ਅਸੀਂ ਸ਼ਾਂਤੀ ਦੀ ਪ੍ਰਾਪਤੀ ਕਰਨੀ ਹੈ। ਜਦ ਤੱਕ ਚਿੱਤ ਦ੍ਰਿਸ਼ ਨੂੰ ਵੇਖਦਾ ਹੈ ਤਦ ਤੱਕ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ, ਤੇ ਜਦ ਚਿੱਤ ਸ਼ਾਂਤ ਹੁੰਦਾ ਹੈ ਤਦ ਉਸ ਪਦ ਵਿੱਚ ਵਿਸ਼ਰਾਮ ਹੁੰਦਾ ਹੈ ਜੋ ਨਿਤ ਸ਼ੁੱਧ ਸਰਬ ਆਤਮਾ ਤੇ ਸਾਰਿਆਂ ਦੇ ਹਿਰਦੇ ਵਿੱਚ ਚੇਤਨ ਆਕਾਸ਼ ਪਰਮ ਸ਼ਾਂਤ ਰੂਪ ਹੈ। ਜਿੰਨੀ ਦੇਰ ਤੱਕ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਇਹ ਸਾਡਾ ਚਿੱਤ ਜਿਹੜਾ ਹੈ ਇਸ ਸੰਸਾਰ ਨੂੰ ਦੇਖਦਾ ਹੈ, ਉਨੀ ਦੇਰ ਤੱਕ ਸਾਨੂੰ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਰ ਜਦੋਂ ਅਸੀਂ ਉਪਾਅ ਕਰਾਂਗੇ, ਇਹ ਚਿੱਤ ਨੂੰ ਸ਼ਾਂਤ ਕਰਾਂਗੇ, ਫਿਰ ਸਾਨੂੰ ਉਸ ਪਦ ਵਿੱਚ ਆਰਾਮ ਮਿਲੇਗਾ ਜੋ ਨਿਤ ਸ਼ੁੱਧ ਸਰਬ ਆਤਮਾ ਤੇ ਸਾਰਿਆਂ ਦੇ ਹਿਰਦੇ ਵਿੱਚ ਚੇਤਨ ਆਕਾਸ਼ ਪਰਮ ਸ਼ਾਂਤ ਰੂਪ ਹੈ। ਭਾਵ ਕਿ ਫਿਰ ਅਸੀਂ ਪਰਮਾਤਮਾ ਦੇ ਨਾਲ ਜੁੜ ਕੇ ਸਾਨੂੰ ਆਰਾਮ ਮਿਲੇਗਾ, ਵਿਸ਼ਰਾਮ ਮਿਲੇਗਾ। ਪਰ ਅਸੀਂ ਪਹਿਲੋਂ ਆਪਣੇ ਚਿੱਤ ਨੂੰ, ਆਪਣੇ ਮਨ ਨੂੰ, ਇਹਨਾਂ ਨੂੰ ਜਿੱਤ ਕੇ ਇਹਨਾਂ ਨੂੰ ਅੰਤਰਮੁਖੀ ਕਰਨਾ ਹੈ। ਹਿਰਦੇ ਆਕਾਸ਼ ਵਿੱਚ ਜੋ ਚੇਤਨ ਚੱਕਰ ਹੈ, ਭਾਵ ਜੋ ਬ੍ਰਹਮ ਆਕਾਰ ਬਿਰਤੀ ਹੈ, ਉਸ ਵੱਲ ਜਦ ਮਨ ਦਾ ਤੀਬਰ ਸੰਵੇਗ ਹੋਵੇਗਾ ਤਦ ਸੱਚ ਹੀ ਦੁੱਖਾਂ ਦਾ ਭਾਵ ਹੋ ਜਾਵੇ। ਮਨ ਦਾ ਮਨਨ ਭਾਵ ਉਸੇ ਬ੍ਰਹਮ ਆਕਾਰ ਬਿਰਤੀ ਰੂਪ ਚੱਕਰ ਨਾਲ ਨਸ਼ਟ ਹੁੰਦਾ ਹੈ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਸਾਡੇ ਹਿਰਦੇ ਆਕਾਸ਼ ਵਿੱਚ ਜੋ ਪਰਮਾਤਮਾ ਦਾ ਚੱਕਰ ਚੱਲ ਰਿਹਾ ਹੈ, ਜੋ ਸਾਡੀ ਉਹ ਪਰਮਾਤਮਾ, ਉਹ ਬ੍ਰਹਮ ਪ੍ਰਭੂ ਪਰਮੇਸ਼ਰ ਜਿਹੜੀ ਸਾਡੀ ਬਿਰਤੀ ਹੈ, ਉਸ ਵਿੱਚ ਜਿਹੜੀ ਸਾਡੇ ਹਿਰਦੇ ਦੇ ਵਿੱਚ ਹੈ, ਜਦੋਂ ਸਾਡਾ ਮਨ ਉਸ ਦੇ ਨਾਲ ਜੁੜੇਗਾ ਤਾਂ ਫਿਰ ਇਹ ਬਿਲਕੁਲ ਸੱਚ ਹੈ ਕਿ ਸਾਡੇ ਸਾਰੇ ਦੁੱਖ ਦੂਰ ਹੋ ਜਾਣਗੇ। ਮਨ ਦਾ ਮਨਨ, ਕਿ ਜਿਹੜੀ ਮਨ ਹੈ, ਜਿਹੜੀ ਇਹਦੀ ਸੋਚ ਹੈ, ਜੋ ਮਨ ਕਰਦਾ ਹੈ, ਉਸ ਨੂੰ ਅਸੀਂ ਉਹ ਜੋ ਪ੍ਰਭੂ ਪਰਮੇਸ਼ਰ ਬ੍ਰਹਮ ਆਕਾਰ ਬਿਰਤੀ ਰੂਪੀ ਚੱਕਰ ਹੈ, ਉਸ ਦੇ ਨਾਲ ਅਸੀਂ ਇਹ ਮਨ ਨੂੰ ਨਸ਼ਟ ਕਰਨਾ ਹੈ। ਜਿੰਨੀ ਦੇਰ ਤੱਕ ਸਾਡੀ ਬਿਰਤੀ ਉਸ ਪ੍ਰਭੂ ਪਰਮੇਸ਼ਰ ਵਿੱਚ ਨਹੀਂ ਹੁੰਦੀ, ਉਹ ਜਿਹੜਾ ਸਾਡੇ ਹਿਰਦੇ ਵਿੱਚ ਪਰਮਾਤਮਿਕ ਚੱਕਰ ਹੈ, ਉਹਦੇ ਨਾਲ ਸਾਡੀ ਬਿਰਤੀ ਨਹੀਂ ਜੁੜਦੀ, ਉਨੀ ਦੇਰ ਤੱਕ ਅਸੀਂ ਇਹ ਮਨ ਦੇ ਮਨਨ ਭਾਵ ਨੂੰ ਖਤਮ ਨਹੀਂ ਕਰ ਸਕਦੇ। ਨਹੀਂ ਤਾਂ ਮਨ ਆਪਣੀ ਹਰਕਤ ਤੋਂ ਬਾਜ਼ ਨਹੀਂ ਆਏਗਾ, ਇਹਦੇ ਵਿੱਚੋਂ ਸੋਚ ਨਿਕਲੇਗੀ ਜਿਹੜੀ ਇੱਛਾ ਭਰੀ ਹੈ, ਜਿਹੜੀ ਅਹੰਕਾਰ ਭਰੀ ਹੈ, ਸੰਸਾਰੀ ਹੈ। ਅਸੀਂ ਕਦੀ ਵੀ ਮਨ ਨੂੰ ਜਿੱਤ ਨਹੀਂ ਸਕਦੇ ਜਿੰਨੀ ਦੇਰ ਤੱਕ ਅਸੀਂ ਇਹ ਮਨ ਨੂੰ ਅੰਤਰਮੁਖੀ ਨਾ ਕਰੀਏ, ਉਹ ਜਿਹੜਾ ਬ੍ਰਹਮ ਚੱਕਰ ਹੈ ਉਸ ਦੇ ਨਾਲ ਨਾ ਜੋੜੀਏ। ਸੰਸਾਰ ਦੇ ਭੋਗ ਜੋ ਮਨ ਨੂੰ ਸੋਹਣੇ ਲੱਗਦੇ ਹਨ, ਉਹ ਜਦ ਸੋਹਣੇ ਨਾ ਲੱਗਣ ਤਦ ਸਮਝੋ ਕਿ ਮਨ ਦੇ ਅੰਗ ਕੱਟੇ, ਕਿ ਸੰਸਾਰ ਦੇ ਜੋ ਭੋਗ ਹਨ ਇਹ ਮਨ ਨੂੰ ਬੜੇ ਸੋਹਣੇ ਲੱਗਦੇ ਹਨ। ਇਹ ਮਨ ਜਿਹੜਾ ਸਾਡਾ ਹੈ, ਇਹ ਸੰਸਾਰੀ ਭੋਗਾਂ ਵੱਲ ਖਿੱਚਿਆ ਤੁਰਿਆ ਜਾਂਦਾ ਹੈ, ਤੇ ਜਦੋਂ ਸਾਨੂੰ ਇਹ ਸੋਹਣੇ ਨਾ ਲੱਗਣ ਤਾਂ ਫਿਰ ਸਮਝੋ ਕਿ ਇਹ ਮਨ ਦੇ ਅੰਗ ਕੱਟੇ ਜਾਂਦੇ ਹਨ। ਇਹ ਮਨ ਹੀ ਹੈ ਜਿਹੜਾ ਸਾਨੂੰ ਸੰਸਾਰ ਵੱਲ ਖਿੱਚਦਾ ਹੈ, ਸੰਸਾਰ ਦੇ ਭੋਗਾਂ ਨੂੰ ਸਾਨੂੰ ਕਹਿੰਦਾ ਹੈ ਕਿ ਦੇਖੋ ਇਹ ਸੰਸਾਰ ਹੈ, ਬੜਾ ਸੋਹਣਾ ਹੈ, ਇਹਦੇ ਭੋਗ ਬੜੇ ਸੋਹਣੇ ਹਨ, ਇਹਨਾਂ ਨੂੰ ਪ੍ਰਾਪਤ ਕਰੋ। ਪਰ ਅਸੀਂ ਇਹ ਪ੍ਰਾਪਤ ਕਰਦੇ ਕਰਦੇ ਕਦੀ ਸ਼ਾਂਤ ਨਹੀਂ ਹੁੰਦੇ। ਸੰਸਾਰ ਦੇ ਵਿੱਚ ਸਾਡੀ ਭੱਜ ਦੌੜ ਲੱਗੀ ਹੋਈ ਹੈ। ਪਰ ਜੇ ਅਸੀਂ ਇਹ ਮਨ ਦੀ ਸ਼ਕਤੀ ਨੂੰ ਖਤਮ ਕਰਕੇ
ਆਪਣੇ ਮਨ ਨੂੰ ਜਿੱਤੀਏ ਤੇ ਇਹ ਭੋਗ ਜਿਹੜੇ ਹੈ ਸਾਡੇ ਲਈ ਫਿੱਕੇ ਪੈ ਜਾਣਗੇ ਤੇ ਇਹ ਜਿਸ ਤਰ੍ਹਾਂ ਮਨ ਦਾ ਵੀ ਉਹ ਹਾਲ ਹੋ ਜਾਵੇਗਾ ਕਿ ਜਿਸ ਤਰ੍ਹਾਂ ਮਨ ਦੇ ਅੰਗ ਕੱਟੇ ਗਏ, ਭਾਵ ਕਿ ਮਨ ਦੀ ਸ਼ਕਤੀ ਖਤਮ ਹੋ ਗਈ। ਜੋ ਕੁਝ ਮੇਰਾ ਤੇ ਤੇਰਾ ਆਦਿ ਸ਼ਬਦਾਰਥ ਹਨ ਉਹ ਸਾਰੇ ਮਨ ਮਾਤਰ ਹਨ। ਮੇਰਾ ਤੇਰਾ ਦੇਖੋ ਇਹ ਮਨ ਦਾ ਕਰਕੇ ਹੀ ਹੈ। ਇਹ ਸ਼ਬਦ ਜਿਹੜੇ ਬਣੇ ਹਨ ਇਹ ਮਨ ਦਾ ਕਰਕੇ ਬਣੇ ਹਨ ਕਿ ਨਾ ਕੁਝ ਮੇਰਾ ਹੈ ਨਾ ਤੇਰਾ ਹੈ। ਉਹ ਸਭ ਕੁਝ ਜੋ ਹੈ ਉਹ ਉਸ ਪਾਰ ਬ੍ਰਹਮ ਈਸ਼ਵਰ ਦਾ ਹੈ। ਮੇਰਾ ਤੇਰਾ ਤਾਂ ਕੁਝ ਨਹੀਂ ਹੈ। ਪਰ ਦੇਖੋ ਇਹ ਸ਼ਬਦ ਜਿਹੜੇ ਇਹ ਮਨ ਦਾ ਕਰਕੇ ਬਣ ਗਏ ਹਨ। ਜਦ ਦ੍ਰਿੜ ਵਿਚਾਰ ਕਰਕੇ ਇਹਨਾਂ ਦੀ ਭਾਵਨਾ ਨਾ ਹੋਵੇ ਤਾਂ ਮਨ ਦੀ ਵਾਸ਼ਨਾ ਨਸ਼ਟ ਹੋਵੇ। ਪਰ ਜਦੋਂ ਅਸੀਂ ਦ੍ਰਿੜ ਵਿਚਾਰ ਭਾਵ ਕਿ ਅਸੀਂ ਜਦੋਂ ਸਿੱਖਿਆ ਪਾ ਕੇ ਸੰਤ ਮਹਾਤਮਾ ਦੀ ਸੰਗਤ ਕਰਕੇ ਬਾਣੀ ਨੂੰ ਪੜ੍ਹ ਕੇ ਸੁਣ ਕੇ ਜਿਹੜੀ ਸਾਨੂੰ ਸਿੱਖਿਆ ਮਿਲਦੀ ਹੈ ਉੱਤੇ ਵਿਚਾਰ ਕਰਾਂਗੇ, ਭਾਵ ਉੱਤੇ ਅਮਲ ਕਰਾਂਗੇ, ਫਿਰ ਹੀ ਇਹ ਜਿਹੜੀ ਸੰਸਾਰੀ ਭਾਵਨਾ ਜਿਹੜੀ ਸਾਡੀ ਹੈ ਉਹ ਦੂਰ ਹੋਵੇਗੀ ਤੇ ਫਿਰ ਉਸ ਦੇ ਨਾਲ ਫਿਰ ਮਨ ਦੀ ਜਿਹੜੀ ਵਾਸ਼ਨਾ ਹੈ ਉਹ ਨਸ਼ਟ ਹੋ ਜਾਵੇਗੀ। ਜਿਵੇਂ ਦਾਤਰੀ ਨਾਲ ਖੇਤੀ ਕੱਟ ਜਾਂਦੀ ਹੈ ਤਿਵੇਂ ਹੀ ਵਾਸ਼ਨਾ ਨਸ਼ਟ ਹੋਣ ਨਾਲ ਪਰਮ ਤਤ ਸ਼ੁੱਧ ਜਾਪਦਾ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਉਦਾਹਰਣ ਦਿੰਦੇ ਹਨ ਕਿ ਜਿਸ ਤਰ੍ਹਾਂ ਦਾਤਰੀ ਹੁੰਦੀ ਹੈ ਉਸ ਦੇ ਨਾਲ ਅਸੀਂ ਫਸਲ ਨੂੰ ਕੱਟਦੇ ਹਾਂ, ਬਿਲਕੁਲ ਇਸੇ ਹੀ ਤਰ੍ਹਾਂ ਇਹ ਜਦੋਂ ਸਾਡੀ ਵਾਸਨਾ ਜਿਹੜੀ ਹੈ ਨਸ਼ਟ ਹੋ ਜਾਂਦੀ, ਖਤਮ ਹੋ ਜਾਂਦੀ ਹੈ ਤੇ ਅਸੀਂ ਫਿਰ ਉਹ ਪਰਮ ਤੱਤ, ਉਹ ਪਰਮਾਤਮਾ ਦਾ ਜੋ ਸ਼ੁੱਧ ਤੱਤ ਹੈ ਉਸ ਦੇ ਨਾਲ ਜੁੜਦੇ ਹਾਂ, ਸੱਚ ਦੇ ਨਾਲ ਜੁੜਦੇ ਹਾਂ। ਜਿਵੇਂ ਘਟਾ ਬਿਨਾ ਸ਼ਰਦ ਕਾਲ ਦਾ ਆਕਾਸ਼ ਨਿਰਮਲ ਦਿਸਦਾ ਹੈ ਤਿਵੇਂ ਹੀ ਵਾਸ਼ਨਾ ਤੋਂ ਰਹਿਤ ਮਨ ਸ਼ੁੱਧ ਲੱਗੇਗਾ। ਕਿ ਦੇਖੋ ਜਦੋਂ ਪਤਝੜ ਦਾ ਸਮਾਂ ਆਉਂਦਾ ਹੈ ਤੇ ਕਈ ਵਾਰੀ ਆਕਾਸ਼ ਬੜਾ ਸਾਫ਼ ਹੁੰਦਾ ਹੈ, ਕੋਈ ਉਹਦੇ ਵਿੱਚ ਬੱਦਲ ਨਹੀਂ ਹੁੰਦਾ। ਜਦੋਂ ਬੱਦਲ ਨਹੀਂ ਹੁੰਦੇ ਬੜਾ ਸਾਫ਼ ਲੱਗਦਾ ਹੈ। ਤਾਂ ਬਿਲਕੁਲ ਇਸੇ ਹੀ ਤਰ੍ਹਾਂ ਜਦੋਂ ਸਾਡੇ ਵਿੱਚੋਂ ਵਾਸਨਾ ਖਤਮ ਹੋ ਜਾਵੇਗੀ ਤੇ ਸਾਡਾ ਮਨ ਵੀ ਜਿਹੜਾ ਹੈ ਇਹ ਵੀ ਬੜਾ ਸ਼ੁੱਧ ਲੱਗੇਗਾ, ਇਹਦੀ ਮੈਲ ਵੀ ਦੂਰ ਹੋ ਜਾਵੇਗੀ, ਇਹ ਵੀ ਬੜਾ ਸਾਫ਼ ਲੱਗੇਗਾ। ਮਨ ਹੀ ਜੀਵ ਦਾ ਪਰਮ ਵੈਰੀ ਹੈ ਤੇ ਇੱਛਾ ਸੰਕਲਪ ਕਰਕੇ ਪੁਸ਼ਟ ਹੋ ਜਾਂਦਾ ਹੈ। ਇਹ ਜੋ ਮਨ ਹੈ ਇਹ ਹੀ ਹਰ ਇੱਕ ਜੀਵ ਦਾ ਪਰਮ ਵੈਰੀ ਹੈ। ਪਰ ਜਦੋਂ ਸਾਡੇ ਵਿੱਚੋਂ ਇੱਛਾ ਸੰਕਲਪ ਦੂਰ ਹੋ ਜਾਵੇਗਾ ਤੇ ਮਨ ਦੀ ਸ਼ਕਤੀ ਖਤਮ ਹੋ ਜਾਵੇਗੀ। ਇਹ ਮਨ ਇੰਨਾ ਤਾਕਤਵਰ ਕਿਉਂ ਹੈ? ਕਿਉਂਕਿ ਇਹਦੇ 'ਚ ਇੱਛਾ ਉੱਠਦੀ ਹੈ, ਸੰਕਲਪ ਉੱਠਦਾ ਹੈ ਤੇ ਉਹ ਸਾਨੂੰ ਸੰਸਾਰ ਵੱਲ ਖਿੱਚਦਾ ਹੈ। ਸੋ ਮਨ ਦੇ ਵਿੱਚੋਂ ਜਿਹੜੀ ਇੱਛਾ ਔਰ ਸੰਕਲਪ ਉੱਠਦੀ ਹੈ ਉਸ ਨੂੰ ਅਸੀਂ ਖਤਮ ਕਰਨਾ ਹੈ ਤੇ ਮਨ ਦੀ ਵਾਰ ਜਿਹੜਾ ਇਹ ਸਾਡਾ ਵੈਰੀ ਬਣਿਆ ਹੋਇਆ ਹੈ ਇਹ ਦੀ ਸ਼ਕਤੀ ਨੂੰ ਖਤਮ ਕਰਕੇ ਇਹ ਮਨ ਨੂੰ ਅਸੀਂ ਆਪਣੇ ਅੰਦਰ ਆਪਣੇ ਆਤਮਾ ਨਾਲ ਜੋੜਨਾ ਹੈ। ਫਿਰ ਮਨ ਸਾਡਾ ਆਪਣੇ ਆਪ ਹੀ ਮਿੱਤਰ ਹੋ ਜਾਵੇਗਾ। ਜਦ ਇੱਛਾ ਕੋਈ ਨਾ ਉਪਜੇ ਤਦ ਆਪ ਹੀ ਨਿਵਰਤ ਹੋ ਜਾਵੇਗਾ। ਜਦੋਂ ਕੋਈ ਸਾਡੇ ਵਿੱਚੋਂ ਇੱਛਾ ਨਹੀਂ ਜਾਗੇਗੀ ਤਾਂ ਮਨ ਆਪਣੇ ਆਪ ਹੀ ਇਹਦੀ ਸ਼ਕਤੀ ਜਿਹੜੀ ਹੈ ਖਤਮ ਹੋ ਜਾਵੇਗੀ। ਜਿਵੇਂ ਅੱਗ ਵਿੱਚ ਲੱਕੜ ਪਾਈਏ ਤਾਂ ਵੱਧ ਜਾਂਦੀ ਹੈ ਤੇ ਜੇ ਨਾ ਪਾਈਏ ਤਾਂ ਆਪ ਹੀ ਨਸ਼ਟ ਹੋ ਜਾਂਦੀ ਹੈ। ਸੋ ਭਗਵਾਨ ਵਾਲਮੀਕ ਜੀ ਬੜੀ ਉਦਾਹਰਣ ਦੇ ਕੇ, ਬੜੀ ਸੋਹਣੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਇਹ ਮਨ ਕਿਸ ਤਰ੍ਹਾਂ ਹੈ। ਜਿਸ ਤਰ੍ਹਾਂ ਦੇਖੋ ਅੱਗ ਵਿੱਚ ਅਸੀਂ ਲੱਕੜ ਪਾਈਏ ਤਾਂ ਉਹ ਜਿਹੜੀ ਅੱਗ ਹੈ ਵੱਧਦੀ ਜਾਂਦੀ ਹੈ ਤੇ ਜੇ ਅਸੀਂ ਲੱਕੜੀ ਨਾ ਪਾਈਏ ਤੇ ਹੌਲੀ ਹੌਲੀ ਉਹ ਅੱਗ ਜਿਹੜੀ ਹੈ ਉਹ ਖਤਮ ਹੋ ਜਾਵੇਗੀ। ਬਿਲਕੁਲ ਇਸੇ ਹੀ ਤਰ੍ਹਾਂ ਜੇ ਅਸੀਂ ਆਪਣੇ ਮਨ ਨੂੰ ਜਿੱਤ ਲਈਏ, ਇਹਦੇ ਵਿੱਚੋਂ ਜੋ ਵਾਸਨਾ ਹੈ, ਇੱਛਾ ਹੈ, ਸੰਕਲਪ ਹੈ ਉਸ ਨੂੰ ਖਤਮ ਕਰ ਦਈਏ ਤੇ ਮਨ ਹੌਲੀ ਹੌਲੀ ਆਪਣੇ ਆਪ ਹੀ ਇਹਦੀ ਤਾਕਤ ਖਤਮ ਹੋ ਜਾਵੇਗੀ। ਇਹਦੀ ਜੋ ਚਿੱਤ ਸ਼ਕਤੀ ਹੈ ਉਹ ਦੂਰ ਹੋ ਜਾਵੇਗੀ। ਇਸ ਮਨ ਵਿੱਚ ਜੋ ਸੰਕਲਪ ਕਲਪਨਾ ਉੱਠਦੀ ਹੈ ਉਸ ਦਾ ਤਿਆਗ ਕਰੋ ਤਾਂ ਤੁਹਾਡਾ ਮਨ ਆਪਣੇ ਆਪ ਹੀ ਨਸ਼ਟ ਹੋ ਜਾਵੇਗਾ। ਸੋ ਭਗਵਾਨ ਵਾਲਮੀਕ ਜੀ ਸਾਨੂੰ ਯੁਕਤੀ ਦੱਸਦੇ ਹਨ, ਜੋ ਉਪਦੇਸ਼ ਦਿੰਦੇ ਹਨ ਕਿ ਇਹ ਜੋ ਮਨ ਹੈ ਇਹਦੇ ਵਿੱਚ ਜਿਹੜੀ ਸੰਕਲਪ ਕਲਪਨਾ ਹੈ ਕਿ ਜੋ ਇਹਦੇ ਵਿੱਚੋਂ ਸੋਚ ਫੁਰਨਾ ਉੱਠਦਾ ਹੈ
ਇੱਛਾ ਜਾਗਦੀ ਹੈ, ਅਹੰਕਾਰ ਜਾਗਦਾ ਹੈ, ਉਸ ਦਾ ਅਸੀਂ ਤਿਆਗ ਕਰਨਾ ਹੈ ਕਿਸੇ ਨਾ ਕਿਸੇ ਤਰ੍ਹਾਂ। ਤੇ ਫਿਰ ਸਾਡਾ ਜਿਹੜਾ ਮਨ ਹੈ ਆਪਣੇ ਆਪ ਹੀ ਇਹ ਨਸ਼ਟ ਹੋ ਜਾਵੇਗਾ, ਕਿਉਂਕਿ ਇਹ ਮਨ ਜਿਹੜਾ ਹੈ ਜਿੰਨੀ ਦੇਰ ਤੱਕ ਇਹਦੇ 'ਚ ਇੱਛਾ ਹੈ, ਫੁਰਨਾ ਹੈ, ਉਨੀ ਦੇਰ ਤੱਕ ਇਹ ਪੁਸ਼ਟ ਹੈ। ਇਹਦੀ ਸ਼ਕਤੀ ਨੂੰ ਖਤਮ ਕਰਨਾ ਹੈ। ਤੇ ਇਹ ਜੋ ਸੋਚ ਇਹਦੇ 'ਚ ਉੱਠਦੀ, ਇੱਛਾ ਜਾਗਦੀ ਹੈ, ਸੰਕਲਪ ਉੱਠਦਾ, ਉਸ ਨੂੰ ਅਸੀਂ ਖਤਮ ਕਰਨਾ ਹੈ। ਜਿੱਥੇ ਸ਼ਸਤਰ ਚੱਲਦੇ ਹਨ ਤੇ ਅੱਗ ਲੱਗਦੀ ਹੈ, ਉੱਥੇ ਸੂਰਮੇ ਨਿਡਰ ਹੋ ਕੇ ਜਾ ਪੈਂਦੇ ਹਨ ਤੇ ਵੈਰੀ ਨੂੰ ਮਾਰਦੇ ਹਨ। ਪ੍ਰਾਣ ਨਿਕਲਣ ਦਾ ਵੀ ਨਹੀਂ ਭੈ ਨਹੀਂ ਰੱਖਦੇ, ਤਾਂ ਤੁਹਾਨੂੰ ਸੰਕਲਪ ਤਿਆਗਣ ਵਿੱਚ ਕੀ ਡਰ ਹੁੰਦਾ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਉਪਦੇਸ਼ ਕਰਦੇ ਹਨ, ਉਦਾਹਰਣ ਦੇ ਕੇ ਦੱਸਦੇ ਹਨ ਕਿ ਜਿੱਥੇ ਸ਼ਸਤਰ ਚੱਲਦੇ ਹਨ, ਜੋ ਜਾਂ ਲੜਾਈ ਹੁੰਦੀ ਹੈ, ਉੱਥੇ ਤੀਰ ਚੱਲਦੇ ਹਨ, ਤਲਵਾਰਾਂ ਚੱਲਦੀਆਂ ਹਨ ਤੇ ਅੱਗ ਲੱਗੀ ਹੁੰਦੀ ਹੈ। ਉੱਥੇ ਜਿਹੜੇ ਸੂਰਮੇ ਹੁੰਦੇ ਹਨ ਉਹ ਨਿਡਰ ਹੋ ਕੇ, ਉਹ ਨਹੀਂ ਡਰਦੇ, ਉਹਦੇ ਵਿੱਚ ਜਾ ਪੈਂਦੇ ਹਨ ਤੇ ਵੈਰੀ ਨੂੰ ਜਾ ਕੇ ਮਾਰਦੇ ਹਨ। ਤੇ ਨਾ ਹੀ ਉਹਨਾਂ ਨੂੰ ਆਪਣੀ ਮੌਤ ਦਾ ਡਰ ਹੁੰਦਾ ਹੈ ਕਿ ਜੇ ਉਹ ਲੜਾਈ ਦੇ ਵਿੱਚ ਮਾਰੇ ਗਏ, ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ। ਤਾਂ ਫਿਰ ਭਗਵਾਨ ਮਾਮੂ ਜੀ ਕਹਿੰਦੇ ਹਨ ਕਿ ਤੁਹਾਨੂੰ ਇਹ ਸੰਕਲਪ ਜੋ ਹੈ, ਇਹ ਜਿਹੜੇ ਸਾਡੇ ਮਨ ਦੇ ਵਿੱਚੋਂ ਫੁਰਨਾ ਉੱਠਦਾ ਹੈ, ਸੋਚ ਉੱਠਦੀ ਹੈ, ਇਹਨੂੰ ਤਿਆਗਣ ਦੇ ਵਿੱਚ ਫਿਰ ਕੀ ਡਰ ਹੈ। ਜੇ ਅਸੀਂ ਇਹਨੂੰ ਤਿਆਗ ਦੇਵਾਂਗੇ ਤੇ ਸਮਝੋ ਅਸੀਂ ਆਪਣਾ ਜਨਮ ਸਫਲ ਕਰ ਲਿਆ। ਚਿੱਤ ਦੇ ਫਲਾਉਣ ਨਾਲ ਅਨਰਥ ਹੁੰਦਾ ਹੈ ਤੇ ਚਿੱਤ ਦੇ ਫੁਰਨ ਨਾਲ ਕਲਿਆਣ ਹੁੰਦਾ ਹੈ। ਇਹ ਵਾਰਤਾ ਬਾਲਕ ਵੀ ਜਾਣਦਾ ਹੈ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਇਹ ਜਿਹੜਾ ਚਿੱਤ ਜਿੰਨੀ ਦੇਰ ਇਹ ਫੈਲਦਾ ਜਾਵੇਗਾ, ਉਨੀ ਦੇਰ ਤੱਕ ਇਹ ਅਨਰਥਾਂ ਦਾ ਕਾਰਨ ਬਣਦਾ ਹੈ। ਤੇ ਜਦੋਂ ਇਹਦੇ ਵਿੱਚੋਂ ਫੁਰਨਾ ਦੂਰ ਹੋ ਜਾਵੇਗਾ ਤੇ ਇਹੀ ਮਨ ਜਿਹੜਾ ਸਾਡਾ ਹੈ, ਇਹ ਆਪਣੀ ਸ਼ਕਤੀ ਨੂੰ ਦੂਰ ਕਰ ਦੇਵੇਗਾ ਤੇ ਸਾਡੀ ਕਲਿਆਣ ਹੋ ਜਾਵੇਗੀ। ਇੱਕ ਬੱਚਾ ਵੀ ਇਸ ਗੱਲ ਨੂੰ ਸਮਝਦਾ ਹੈ ਕਿ ਮਨ ਨੂੰ ਜਿੱਤਣਾ ਹੀ ਸਾਡੇ ਲਈ ਸਾਡੀ ਕਲਿਆਣ ਕਰਨ ਵਾਲਾ, ਇਹ ਸਾਡੀ ਕਲਿਆਣ ਕਰਨ ਵਾਲਾ ਨਿਸ਼ਚਾ ਹੈ, ਕੋਸ਼ਿਸ਼ ਹੈ। ਜਿਵੇਂ ਪਿਤਾ ਬਾਲਕ ਨੂੰ ਕਿਰਪਾ ਕਰਕੇ ਕਹਿੰਦਾ ਹੈ, ਤਿਵੇਂ ਹੀ ਮੈਂ ਤੁਹਾਨੂੰ ਸਮਝਾਉਂਦਾ ਹਾਂ ਕਿ ਮਨ ਰੂਪੀ ਵੈਰੀ ਨੂੰ ਪੈ ਦਿੱਤਾ ਹੈ ਤੇ ਸੰਕਲਪਨਾ ਤੋਂ ਜਿੰਨੀਆਂ ਮੁਸ਼ਕਲਾਂ ਹਨ ਉਹ ਮਨ ਤੋਂ ਉਪਜੀਆਂ ਹਨ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਇੱਕ ਬਾਲਕ ਨੂੰ ਇਸ ਪਤਾ ਉਹਨੂੰ ਉਪਦੇਸ਼ ਕਰਦਾ ਹੈ, ਮੈਂ ਵੀ ਤੁਹਾਨੂੰ ਉਪਦੇਸ਼ ਕਰਦਾ ਹਾਂ ਕਿ ਜੇ ਤੁਸੀਂ ਆਪਣਾ ਜਨਮ ਸਫਲ ਕਰਨਾ ਹੈ ਤੇ ਆਪਣੇ ਮਨ ਨੂੰ ਜਿੱਤਣਾ ਪਵੇਗਾ। ਮਨ ਨੂੰ ਜਿੱਤ ਕੇ ਤੁਸੀਂ ਸਫਲ ਹੋ ਜਾਓਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਅਰੇ ਸ਼ਾਂਤ ਨਿਗਿਆਨਾ ਸਤਿਗੁਰ ਹੀ ਸਹਾਰਾ ਹੈ। ਅਰੇ ਸ਼ਾਂਤ ਨਿਗਿਆਨਾ ਸਤਿਗੁਰ ਹੀ ਸਹਾਰਾ ਹੈ। ਅਰੇ ਸ਼ਾਂਤ ਨਿਗਿਆਨਾ ਸਤਿਗੁਰ ਹੀ ਸਹਾਰਾ ਹੈ। ਇਹ ਭਗਤ ਨੇ ਚਾਰਾ ਸਹੀ, ਕੋਈ ਹੋਰ ਨਾ ਚਾਰਾ ਹੈ। ਅਰੇ ਸ਼ਾਂਤ ਸਤਿਗੁਰ ਹੀ ਸਹਾਰਾ ਹੈ।
वाल्मीकि जय वाल्मीकि जय वाल्मीकि